ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ। ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ, ਸਰਕਾਰੀ ਨੌਕਰੀ ਹਰ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ, ਕੈਬਨਿਟ ਮੰਤਰੀ ਫੌਜਾ ਸਿੰਘ। ਤਾਂ ਦੋਸਤੋ, ਕੈਬਨਿਟ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਹਰ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਤੇ ਜੇਕਰ ਹਰ ਕੋਈ ਸਰਕਾਰੀ ਨੌਕਰੀ ਕਰੇਗਾ ਤਾਂ ਹੋਰ ਕੰਮ ਕੌਣ ਕਰੇਗਾ। ਇਸ ਕਾਰਨ ਸੂਬਾ ਸਰਕਾਰ ਦੇ ਵੱਲੋਂ ਫੂਡ ਪ੍ਰੋਸੈਸਿੰਗ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਰੁਜ਼ਗਾਰ ਦੇ ਨਵੇਂ ਮੌਕੇ ਲੱਭ ਸਕਣ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਥਿਤ ਫੂਡ ਟੈਕਨੋਲੋਜੀ ਵਿਭਾਗ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਕਾਰੋਬਾਰ ਅਹਿਮ ਭੂਮਿਕਾ ਨਿਭਾ ਰਿਹਾ ਹੈਗਾ। ਇਸ ਸੰਬੰਧੀ PAU ਦੇ ਵਿੱਚ ਧਰਨੇ ਤੇ ਬੈਠੇ ਵਿਦਿਆਰਥੀਆਂ ਬਾਰੇ ਉਹਨਾਂ ਨੇ ਕਿਹਾ ਕਿ ਹਰ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ। ਸਰਕਾਰੀ ਨੌਕਰੀਆਂ ਨਿਰਧਾਰਤ ਮਾਪਦੰਡਾਂ ਦੇ ਟੈਸਟ ਦੇ ਆਧਾਰ ਤੇ ਦਿੱਤੀਆਂ ਜਾਂਦੀਆਂ ਨੇ। ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਸਾਡੀ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਅਗਲੀ ਖਬਰ ਹੈ, ਆਜ਼ਾਦੀ ਦਿਹਾੜੇ ਤੋਂ ਪਹਿਲਾਂ ਵੱਡੀ ਸਾਜ਼ਿਸ਼ ਬੇਨਕਾਬ, ਤਰਨਤਾਰਨ ਤੋਂ ਗੋਲਾ ਬਾਰੂਦ ਸਮੇਤ 2 ਅੱਤਵਾਦੀ ਗ੍ਰਿਫਤਾਰ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਪੰਜਾਬ ਦੇ ਵਿੱਚ ਆਜ਼ਾਦੀ ਦਿਵਸ ਤੋਂ ਪਹਿਲਾਂ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਤਰਨਤਾਰਨ ਦੇ ਥਾਣਾ ਬੈਰੋਵਾਲ ਇਲਾਕੇ ਤੋਂ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕਬਜ਼ੇ 'ਚੋਂ ਅਸਲਾ, ਪਿਸਤੌਲ ਅਤੇ ਹੀਰੋਇਨ ਬਰਾਮਦ ਹੋਈ ਹੈ। ਇਹ ਦੋਵੇਂ ਅੱਤਵਾਦੀ 15 ਅਗਸਤ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹਨਾਂ ਦੀਆਂ ਯੋਜਨਾਵਾਂ ਤੇ ਪਾਣੀ ਫੇਰ ਦਿੱਤਾ ਗਿਆ ਹੈ। ਅਗਲੀ ਖਬਰ ਹੈ, ਜਲੰਧਰ ਦੇ ਵਿੱਚ ਲੰਪੀ ਸਕਿਨ ਨਾਲ 37 ਗਊਆਂ ਦੀ ਹੋਈ ਮੌਤ, 3810 ਗਾਵਾਂ ਦੇ ਪਾਏ ਗਏ ਲੱਛਣ। ਤਾਂ ਦੋਸਤੋ, ਲੰਪੀ ਸਕਿਨ ਦੀ ਬਿਮਾਰੀ ਨੇ ਪਸ਼ੂ ਪਾਲਣ ਵਿਭਾਗ ਦੀ ਨੀਂਦ ਉਡਾ ਦਿੱਤੀ ਹੈ। ਵਿਭਾਗ ਨੇ ਪਸ਼ੂ ਪਾਲਕਾਂ ਨੂੰ ਕਿਹਾ ਕਿ ਸ਼ਹਿਰਾਂ ਦੇ ਗਊਸ਼ਾਲਾ ਅਤੇ ਨਾਲ-ਨਾਲ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਮਾਲਕਾਂ ਦਾ ਨਿਰੀਖਣ ਕਰਨ ਅਤੇ ਦੇਖਣ ਕਿ ਕਿੰਨੀਆਂ ਗਊਆਂ ਪ੍ਰਭਾਵਿਤ ਹੋਈਆਂ ਨੇ ਤੇ ਉਹਨਾਂ ਦਾ ਇਲਾਜ ਕਿਵੇਂ ਚੱਲ ਰਿਹਾ ਹੈ। ਜੇਕਰ ਮੌਤਾਂ ਹੋਈਆਂ ਨੇ ਤਾਂ ਇਸ ਦੇ ਕੀ ਕਾਰਨ ਨੇ। ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੀਆਂ ਗਊਸ਼ਾਲਾਵਾਂ ਦੇ ਵਿੱਚ ਵੀ ਇੰਨੇ ਮਾਮਲੇ ਸਾਹਮਣੇ ਆ ਰਹੇ ਨੇ। ਜਲੰਧਰ ਜ਼ਿਲ੍ਹੇ ਦੇ ਵਿੱਚ 3810 ਗਾਵਾਂ ਵਿੱਚ ਲੰਪੀ ਸਕਿਨ ਦੇ ਲੱਛਣ ਪਾਏ ਗਏ ਨੇ ਤੇ 37 ਦੇ ਮਰਨ ਦੀ ਪੁਸ਼ਟੀ ਹੋਈ ਹੈ। ਅਗਲੀ ਖਬਰ ਹੈ, ਚੀਨ ਦੇ ਵਿੱਚ ਮਿਲਿਆ ਜੂਨੋਟਿਕ ਲਾਂਗਿਆ ਨਾਂ ਦਾ ਇੱਕ ਨਵਾਂ ਵਾਇਰਸ, ਹੁਣ ਤੱਕ 35 ਲੋਕ ਹੋਏ ਸੰਕਰਮਿਤ। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ ਤਾਈਵਾਨ ਦੇ ਰੋਗ ਨਿਰੰਤਰਨ ਕੇਂਦਰ ਨੇ ਕਿਹਾ ਕਿ ਚੀਨ ਦੇ ਵਿੱਚ ਹੁਣ ਤੱਕ 35 ਲੋਕ ਯੂਨੋਟਿਕ ਲੰਗਿਆ ਵਾਇਰਸ ਦੇ ਨਾਲ ਸੰਕਰਮਿਤ ਪਾਏ ਗਏ ਨੇ। ਕਿਹਾ ਜਾਂਦਾ ਹੈ ਕਿ ਤਾਈਪੇ ਵਾਇਰਸ ਦੀ ਪਛਾਣ ਕਰਨ ਅਤੇ ਇਸ ਦੇ ਫੈਲਣ ਦੀ ਨਿਗਰਾਨੀ ਕਰਨ ਦੇ ਵਿੱਚ ਨਿਊਕਲੀਕ ਐਸਿਡ ਟੈਸਟਿੰਗ ਵਿਧੀ ਸਥਾਪਿਤ ਕਰ ਰਿਹਾ ਹੈ। ਹਾਲਾਂਕਿ ਹੁਣ ਤੱਕ ਮਨੁੱਖ ਤੋਂ ਮਨੁੱਖ ਇਨਫੈਕਸ਼ਨ ਦਾ ਕੋਈ ਸਬੂਤ ਨਹੀਂ ਮਿਲਿਆ। ਅਗਲੀ ਖਬਰ ਹੈ, ਫੇਰ ਚਾਚੇ ਭਤੀਜੇ ਦੀ ਸਰਕਾਰ, 8ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਨਿਤੀਸ਼ ਕੁਮਾਰ, ਤੇਜਸਵੀ ਹੋਣਗੇ ਡਿਪਟੀ CM। ਤਾਂ ਦੋਸਤੋ, ਤੁਹਾਨੂੰ ਦੱਸੀਏ ਕਿ JDU ਨੇਤਾ ਨਿਤੀਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਅੱਜ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੁਪਹਿਰ 2 ਵਜੇ ਰਾਜ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ 2 ਮੈਂਬਰੀ ਮੰਤਰੀ ਮੰਡਲ ਵਿੱਚ ਬਾਅਦ ਵਿੱਚ ਹੋਰ ਮੰਤਰੀ ਸ਼ਾਮਲ ਕੀਤੇ ਜਾਣਗੇ। ਕੁਮਾਰ ਭਾਜਪਾ ਦੀ ਅਗਵਾਈ ਵਾਲੀ NDA ਛੱਡ ਕੇ 8ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ 7 ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਕਰਨਗੇ। ਇਸ ਗੱਠਜੋੜ ਨੂੰ ਇੱਕ ਆਜ਼ਾਦ ਸਮਰਥਨ ਪ੍ਰਾਪਤ ਕੀਤਾ ਗਿਆ ਹੈ। ਅਗਲੀ ਖਬਰ ਹੈ, ਪੰਜਾਬ ਪੁਲਿਸ ਨੇ ਸ਼ੌਰਿਆ ਚੱਕਰ ਅਵਾਰਡੀ ਬਲਵਿੰਦਰ ਸੰਧੂ ਦੇ ਕਤਲ ਕੇਸ ਵਿੱਚ 2 ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ। ਤਾਂ ਦੋਸਤੋ, ਪੰਜਾਬ ਪੁਲਿਸ ਨੇ ਕਿਹਾ ਕਿ ਉਸਨੇ 2020 ਦੇ ਵਿੱਚ ਸ਼ੌਰਿਆ ਚੱਕਰ ਅਵਾਰਡੀ ਬਲਵਿੰਦਰ ਸਿੰਘ ਸੰਧੂ ਦੇ ਕਤਲ ਵਿੱਚ ਕਥਿਤ ਤੌਰ ਤੇ ਸ਼ਾਮਲ ਇੱਕ ਵਿਅਕਤੀ ਦੇ ਸਮੇਤ 2 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਦੋਨਾਂ ਅਪਰਾਧੀਆਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਦੇ ਵਜੋਂ ਹੋਈ ਹੈ ਤੇ ਉਹ ਕਥਿਤ ਤੌਰ ਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਅਗਲੀ ਖਬਰ ਹੈ, ਰੇਪ ਦੇ ਮਾਮਲੇ ਵਿੱਚ ਮਿਰਚੀ ਬਾਬਾ ਗ੍ਰਿਫਤਾਰ, ਪੀੜਤ ਮਹਿਲਾ ਨੇ ਲਗਾਏ ਕਈ ਗੰਭੀਰ ਦੋਸ਼। ਤਾਂ ਦੋਸਤੋ, ਭੋਪਾਲ ਦੇ ਮਸ਼ਹੂਰ ਮਿਰਚੀ ਬਾਬਾ ਉਰਫ ਮਹੰਤ ਵੈਰਾਗੀ ਨੰਦਗਿਰੀ ਦੇ ਭੋਪਾਲ ਤੇ ਮਹਿਲਾ ਥਾਣੇ ਵਿੱਚ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਭੋਪਾਲ ਦੀ ਇੱਕ ਔਰਤ ਨੇ ਇਸ ਕਥਿਤ ਸਾਧ ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਾ। ਅਗਲੀ ਖਬਰ ਹੈ, PM ਮੋਦੀ ਕੋਲ ਹੈ 2 ਕਰੋੜ 23 ਲੱਖ ਰੁਪਏ ਦੀ ਚੱਲ ਜਾਇਦਾਦ, ਉਹਨਾਂ ਕੋਲ ਨਗਦ ਰਾਸ਼ੀ ਸਿਰਫ 35,250 ਰੁਪਏ। ਤਾਂ ਦੋਸਤੋ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕੁੱਲ ਜਮ੍ਹਾਂ ਰਕਮ ਦੇ ਵਿੱਚ
2 ਕਰੋੜ 23 ਲੱਖ ਰੁਪਏ ਦੀ ਨਿੱਜੀ ਜਾਇਦਾਦ ਹੈ। ਇਸ ਦਾ ਜ਼ਿਆਦਾਤਰ ਪੈਸਾ ਬੈਂਕ ਵਿੱਚ ਹੈ। ਉਸ ਕੋਲ ਫਿਲਹਾਲ ਕੋਈ ਅਚਲ ਜਾਇਦਾਦ ਨਹੀਂ ਹੈ। ਉਸਨੇ ਗਾਂਧੀ ਨਗਰ ਦੇ ਵਿੱਚ ਪਲਾਟ ਸੀ ਜੋ ਉਹਨਾਂ ਨੇ ਦਾਨ ਕਰ ਦਿੱਤਾ। 31 ਮਾਰਚ 2022 ਤੱਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੀ ਜਾਇਦਾਦ ਦੀ ਘੋਸ਼ਣਾ ਦੇ ਅਨੁਸਾਰ ਉਹਨਾਂ ਦੇ ਕੋਲ ਕੋਈ ਬੌਂਡ, ਸ਼ੇਅਰ ਜਾਂ ਫਿਰ ਮਿਊਚੁਅਲ ਫੰਡ ਜਾਂ ਫਿਰ ਕੋਈ ਨਿਵੇਸ਼ ਨਹੀਂ ਕੀਤਾ ਹੋਇਆ। ਉਹਨਾਂ ਕੋਲ ਸੋਨੇ ਦੀਆਂ 4 ਮੁੰਦਰੀਆਂ ਨੇ ਜਿਨ੍ਹਾਂ ਦੀ ਕੀਮਤ 1,73,000 ਹੈ। ਇਹ ਜਾਣਕਾਰੀ PTI ਦੇ ਵੱਲੋਂ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈਬਸਾਈਟ ਤੇ ਅਪਲੋਡ ਜਾਣਕਾਰੀ ਦੇ ਮੁਤਾਬਕ ਮੋਦੀ ਦੇ ਕੋਲ 31 ਮਾਰਚ ਤੱਕ 2 ਕਰੋੜ 23 ਲੱਖ 82,504 ਰੁਪਏ ਹਨ। ਮੋਦੀ ਕੋਲ ਕੋਈ ਵੀ ਘਰ ਜਾਂ ਫਿਰ ਕੋਈ ਵੀ ਗੱਡੀ ਨਹੀਂ ਹੈ। 1 ਸਾਲ ਪਹਿਲਾਂ ਤੱਕ ਚੱਲ ਜਾਇਦਾਦ 26 ਲੱਖ 13,000 ਰੁਪਏ ਅਤੇ ਅਚਲ ਜਾਇਦਾਦ 1 ਕਰੋੜ 1 ਲੱਖ ਰੁਪਇਆ ਸੀ, ਪਰ ਹੁਣ ਉਹਨਾਂ ਨੇ ਜ਼ਮੀਨ ਵੇਚ ਕੇ ਜ਼ਮੀਨ ਦਾਨ ਕਰ ਦਿੱਤੀ ਹੈ। ਇਸ ਦੇ ਲਈ ਉਹਨਾਂ ਕੋਲ ਕੋਈ ਅਚਲ ਜਾਇਦਾਦ ਨਹੀਂ ਬਚੀ। ਅਗਲੀ ਖਬਰ ਹੈ, ਪਿੰਡ ਅੰਕੜੀ ਦੀ ਸਰਪੰਚਣੀ ਗ੍ਰਿਫਤਾਰ। ਪੰਚਾਇਤੀ ਫੰਡਾਂ ਦੇ ਵਿੱਚ 12 ਕਰੋੜ 24 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਵਿਜੀਲੈਂਸ ਨੇ ਕੀਤੀ ਕਾਰਵਾਈ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪਿੰਡ ਅੰਕੜੀ ਦੀ ਮਹਿਲਾ ਸਰਪੰਚ ਨੂੰ ਪਿੰਡ ਵਿੱਚ ਵਿਕਾਸ ਕਾਰਜਾਂ ਦੇ ਨਾਮ ਤੇ ਪੰਚਾਇਤੀ ਫੰਡਾਂ ਵਿੱਚ 12 ਕਰੋੜ 24 ਲੱਖ ਰੁਪਏ ਦੇ ਘਪਲੇ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਪੰਚਾਇਤੀ ਫੰਡਾਂ ਵਿੱਚ ਵੱਖ-ਵੱਖ ਦੋਸ਼ੀਆਂ ਵੱਲੋਂ ਕੀਤੇ ਘਪਲੇ ਦੀ ਜਾਂਚ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮਈ ਮਹੀਨੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ, ਜਿਸ ਦੀ ਪੜਤਾਲ ਜਾਰੀ ਹੈ। ਵਿਜੀਲੈਂਸ ਦੇ ਵੱਲੋਂ ਕੀਤੀ ਪੜਤਾਲ ਦੇ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਰਪੰਚ ਹਰਜੀਤ ਕੌਰ ਨੇ ਉਪਰੋਕਤ ਫੰਡਾਂ ਦੀ ਵਰਤੋਂ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ, ਪਰ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਹਨਾਂ ਕੰਮਾਂ ਦਾ ਫਿਜ਼ੀਕਲ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਹਰਜੀਤ ਕੌਰ ਵੱਲੋਂ ਪਿੰਡ ਦੇ ਛੱਪੜ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ, ਪੰਚਾਇਤ ਘਰ ਅਤੇ ਨਾਲੇ ਪਟੜੀ ਦੀਆਂ ਫਰਜ਼ੀ ਉਸਾਰੀ ਦੇ ਨਾਮ ਹੇਠ ਗ੍ਰਾਮ ਪੰਚਾਇਤ ਦੇ ਜਾਅਲੀ ਮਤੇ ਪਾਸ ਕਰਕੇ ਫੰਡਾਂ ਦੇ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਕੰਮਾਂ ਨੂੰ ਸਹੀ ਸਾਬਤ ਕਰਨ ਦੇ ਲਈ ਉਸਨੇ ਵੱਖ-ਵੱਖ ਫਰਮਾਂ ਨੂੰ ਇਹਨਾਂ ਕੰਮਾਂ ਵਿੱਚ ਚੈੱਕਾਂ ਰਾਹੀਂ ਭੁਗਤਾਨ ਕੀਤਾ ਸੀ। ਅਗਲੀ ਖਬਰ ਹੈ, ਸੁਨੀਲ ਜਾਖੜ ਨੂੰ ਵੱਡਾ ਸਦਮਾ। ਭਤੀਜੇ ਗਗਨਦੀਪ ਜਾਖੜ ਦੀ ਹੋਈ ਮੌਤ। ਬੁੱਧਵਾਰ ਨੂੰ ਹੋਵੇਗੀ ਅੰਤਮ ਸੰਸਕਾਰ। ਤਾਂ ਦੋਸਤੋ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਪੰਜਾਬ ਦੇ ਸਾਬਕਾ ਮੰਤਰੀ ਚੋਂ ਸੱਜਣ ਕੁਮਾਰ ਜਾਖੜ ਦੇ ਭਤੀਜੇ ਦੇ ਵਿੱਚੋਂ ਅਨੁਰੋਧ ਜਾਖੜ ਦੇ ਛੋਟੇ ਭਰਾ ਗਗਨਦੀਪ ਜਾਖੜ ਦਾ 48 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਦਾ ਅੰਤਮ ਸੰਸਕਾਰ ਅੱਜ ਸਵੇਰੇ 11 ਵਜੇ ਪਿੰਡ ਪੰਜਕੋਸੀ ਵਿਖੇ ਹੋਵੇਗਾ। ਉਹਨਾਂ ਦੀ ਮੌਤ ਦਾ ਕਾਰਨ ਜਿੱਥੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਅੰਬੋਰ ਦੇ ਵਿੱਚ ਵੀ ਸੋਗ ਦੀ ਲਹਿਰ ਬਣੀ ਹੋਈ ਹੈ। ਅਗਲੀ ਖਬਰ ਹੈ, ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਨੂੰ ਅਜੇ ਤੱਕ ਨਹੀਂ ਮਿਲੀ ਰਾਹਤ। ਪਟੀਸ਼ਨ ਤੇ ਫੈਸਲਾ ਰੱਖਿਆ ਰਾਖਵਾਂ। ਤਾਂ ਦੋਸਤੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਣੀ ਅਤੇ ਉਹਨਾਂ ਦੇ ਸਾਥੀ ਕੁਦਰਤਦੀਪ ਸਿੰਘ ਵਿਰੁੱਧ ਪਿਛਲੇ ਮਹੀਨੇ ਜਿਹੜੀ FIR ਦਰਜ ਕੀਤੀ ਗਈ ਸੀ, ਉਸ ਨੂੰ ਰੱਦ ਕਰਨ ਦੇ ਸਬੰਧ ਵਿੱਚ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਗਈ ਸੀ। ਉਸ ਪਟੀਸ਼ਨ ਤੇ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਦੇ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ। ਅਗਲੀ ਖਬਰ ਹੈ, ਲੰਪੀ ਸਕਿਨ ਬਿਮਾਰੀ ਦੇ ਟਾਕਰੇ ਲਈ ਗੋਟ ਪੌਕਸ ਦਵਾਈ ਦੀਆਂ 2,33,000 ਡੋਜ਼ਾਂ ਪੰਜਾਬ ਪੁੱਜੀਆਂ। 673 ਟੀਮਾਂ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮ ਦੇ ਵਿੱਚ ਜੁਟੀਆਂ। ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੰਪੀ ਸਕਿਨ ਪ੍ਰਭਾਵਿਤ ਖੇਤਰਾਂ ਦੇ ਦੌਰੇ ਕਰਨ ਦੀਆਂ ਹਦਾਇਤਾਂ ਦੇ ਸਨਮੁਖ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਵੈਟਰਨਰੀ ਡਾਕਟਰਾਂ ਤੇ ਪਸ਼ੂ ਮਾਹਰਾਂ ਦੇ ਸਣੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਿੰਦਾਵਾਲਾ, ਨਵੀਪੁਰ ਅਤੇ ਨੌਸੇਰਾ ਪੰਨੂਆਂ ਦਾ ਦੌਰਾ ਕੀਤਾ। ਉਹਨਾਂ ਨੇ ਜਿੱਥੇ ਪਸ਼ੂ ਪਾਲਣ ਵਿਭਾਗ ਵੱਲੋਂ ਆਰੰਭੇ ਗਏ ਰਾਹਤ ਅਤੇ ਜਾਗਰੂਕਤਾ ਕਾਰਜਾਂ ਦੀ ਜਾਣਕਾਰੀ ਲਈ, ਉੱਥੇ ਹੀ ਉਹਨਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ 50,000 ਤੋਂ ਵੱਧ ਪਸ਼ੂਆਂ ਨੂੰ ਗੋਟ ਪੌਕਸ ਦਵਾਈ ਬਿਲਕੁਲ ਮੁਫਤ ਵਿੱਚ ਲਗਾਈ ਜਾ ਚੁੱਕੀ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਗੋਟ ਪੌਕਸ ਦੀਆਂ 2,33,000 ਤੋਂ ਵੱਧ ਡੋਜ਼ਾਂ 2 ਪੜਾਵਾਂ ਦੇ ਰਾਹੀਂ ਪੰਜਾਬ ਵਿੱਚ ਪਹੁੰਚ ਚੁੱਕੀਆਂ ਨੇ। ਅਗਲੀ ਖਬਰ ਹੈ, ਰੱਖੜੀ ਦੀ ਤਰੀਕ ਨੂੰ ਲੈ ਕੇ ਕਨਫਿਊਜ਼ਨ, ਜਾਣੋ ਕਿਸ ਦਿਨ 11 ਜਾਂ ਫਿਰ 12 ਅਗਸਤ ਨੂੰ ਬੰਨੀ ਜਾਵੇਗੀ ਰੱਖੜੀ। ਤਾਂ ਦੋਸਤੋ ਰੱਖੜੀ ਦਾ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਇਹ ਤਿਉਹਾਰ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਨੇ ਤੇ ਉਹਨਾਂ ਦੀ ਲੰਬੀ ਉਮਰ ਦੀ ਅਰਦਾਸ ਕਰਦੀਆਂ ਨੇ। ਦਰਅਸਲ ਦੇ ਵਿੱਚ ਇਸ ਸਾਲ ਪੂਰਨਮਾਸੀ 11 ਅਤੇ 12 ਅਗਸਤ ਦੋਵਾਂ ਨੂੰ ਪੈ ਰਹੀ ਹੈ। ਅਜਿਹੀ ਸਥਿਤੀ ਦੇ ਵਿੱਚ ਥੋੜ੍ਹਾ ਜਿਹਾ ਭੰਬਲ ਭੂਸਾ ਕਿ ਰੱਖੜੀ ਦਾ ਤਿਉਹਾਰ ਕਿਸ ਦਿਨ ਨੂੰ ਮਨਾਉਣਾ ਸ਼ੁਭ ਹੋਵੇਗਾ। ਤਾਂ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਸ ਤਰੀਕ ਨੂੰ ਰੱਖੜੀ ਦਾ ਤਿਉਹਾਰ ਹੈ। ਪੰਚਾਂਗ ਦੇ ਅਨੁਸਾਰ ਇਸ ਸਾਲ ਸ਼ੁਕਲ ਪੱਖ ਦੀ ਪੂਰਨਮਾਸੀ 11 ਅਗਸਤ ਨੂੰ ਸਵੇਰੇ
10:38 ਤੇ ਸ਼ੁਰੂ ਹੋਣ ਜਾ ਰਹੀ ਹੈ ਅਤੇ 12 ਅਗਸਤ ਨੂੰ ਸਵੇਰੇ 7:05 ਤੇ ਸਮਾਪਤ ਹੋਵੇਗੀ। ਅਜਿਹੇ ਦੇ ਵਿੱਚ 11 ਅਗਸਤ ਤੱਕ ਪੂਰਨਮਾਸੀ ਪੈ ਰਹੀ ਹੈ। ਇਸ ਦੇ ਲਈ ਰੱਖੜੀ ਦਾ ਤਿਉਹਾਰ 11 ਅਗਸਤ 2022 ਨੂੰ ਹੀ ਮਨਾਇਆ ਜਾਵੇਗਾ। ਅਗਲੀ ਖਬਰ ਹੈ 14 ਅਗਸਤ ਤੋਂ ਬਾਅਦ ਨਹੀਂ ਹੋਵੇਗੀ ਬਰਾਮਦ, ਸਰਕਾਰ ਨੇ ਲਗਾਈ ਸ਼ਰਤ। ਤਾਂ ਦੋਸਤੋ ਕਣਕ ਅਤੇ ਆਟੇ ਦੇ ਨਿਰਯਾਤ ਪਾਬੰਦੀ ਲਗਾਉਣ ਤੋਂ ਬਾਅਦ ਕੇਂਦਰ ਨੇ ਮੈਦਾ ਅਤੇ ਆਟਾ, ਸੂਜੀ ਅਤੇ ਪੂਰੇ ਆਟੇ ਤੇ ਨਿਰਯਾਤ ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਇਸ ਪਾਬੰਦੀ 14 ਅਗਸਤ ਤੋਂ ਲਾਗੂ ਹੋਵੇਗੀ। ਇਸ ਸਮੇਂ ਦੌਰਾਨ ਮੈਦਾ ਅਤੇ ਸੂਜੀ ਦੀਆਂ ਸਿਰਫ ਉਹਨਾਂ ਖੇਪਾਂ ਨੂੰ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੀ ਲੋਡਿੰਗ ਜਹਾਜ਼ ਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਜਾਂ ਫਿਰ ਆਦੇਸ਼ਾਂ ਦੀ ਸੂਚੀ ਡਿਊਟੀ ਲਈ ਸੌਂਪੀ ਜਾ ਰਹੀ ਸੀ। ਸਰਕਾਰ ਨੇ ਇਹ ਫੈਸਲਾ ਆਟੇ ਦੀਆਂ ਵੱਧਦੀਆਂ ਕੀਮਤਾਂ ਦੇ ਕਰਕੇ ਲਿਆ ਹੈ, ਕਿਉਂਕਿ ਤੁਹਾਨੂੰ ਦੱਸੀਏ ਕਿ ਚੀਨ ਅਤੇ ਤਾਈਵਾਨ ਦੀ ਵੀ ਜੰਗ ਛਿੜਨ ਦੇ ਅਸਾਰ ਨੇ। ਉੱਧਰ ਯੂਕਰੇਨ ਅਤੇ ਰੂਸ ਦੀ ਜੰਗ ਪਹਿਲਾਂ ਹੀ ਕਈ ਟਾਈਮ ਤੋਂ ਚੱਲ ਰਹੀ ਹੈ, ਜਿਸ ਕਰਕੇ ਸਰਕਾਰ ਨੇ ਕਣਕ ਅਤੇ ਆਟੇ ਦੀਆਂ ਵੱਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਬਰਾਮਦ ਲਗਾਈ ਹੈ। ਮਾਹਰਾਂ ਦਾ ਮੰਨਣਾ ਕਿ ਆਟਾ 45 ਤੋਂ 50 ਰੁਪਏ ਕਿਲੋ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵਿਕ ਸਕਦਾ ਹੈ ਤੇ ਕਣਕ ਦੇ ਰੇਟਾਂ ਦੇ ਵਿੱਚ ਵੀ ਭਾਅ ਵਧਣ ਦੇ ਅਸਾਰ ਦੱਸੇ ਜਾ ਰਹੇ ਨੇ। ਇਸ ਟਾਈਮ ਕਣਕ 3500 ਤੋਂ 4000 ਦੇ ਵਿਚਕਾਰ ਵਿਕ ਰਹੀ ਹੈ। ਅਗਲੀ ਖਬਰ ਹੈ ਮਹਿੰਗਾ ਹੋ ਸਕਦਾ ਹੈ ਫਾਸਟ ਟੈਗ, ਬੈਂਕਾਂ ਪਾ ਰਹੀਆਂ ਨੇ ਮਾਰਜਨ ਵਧਾਉਣ ਦਾ ਦਬਾਅ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਬੈਂਕਾਂ ਨੇ ਫਾਸਟ ਟੈਗ ਦੇ ਰਾਹੀਂ ਕੀਤੇ ਟੋਲ ਭੁਗਤਾਨ ਦੇ ਬਦਲੇ ਉਹਨਾਂ ਤੇ ਮਾਰਜਨ ਵਧਾਉਣ ਦੇ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੈਂਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਪੱਤਰ ਲਿਖ ਕੇ ਫਾਸਟ ਟੈਗ ਪ੍ਰੋਜੈਕਟ ਪ੍ਰਬੰਧਨ ਫੀਸ ਵਧਾਉਣ ਦੇ ਲਈ ਕਿਹਾਗਾ। ਅਗਲੀ ਖਬਰ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 759 ਕਲਰਕਾਂ ਦੀਆਂ ਅਸਾਮੀਆਂ ਲਈ ਕੱਢੀਆਂ ਭਰਤੀਆਂ। ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਧੀਆ ਨੌਕਰੀ ਦਾ ਮੌਕਾ ਗਾ, ਕਿਉਂਕਿ ਕੋਰਟ ਦੇ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਕੁੱਲ 759 ਅਸਾਮੀਆਂ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ ਇਹਨਾਂ ਅਸਾਮੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਕੱਲ੍ਹ ਤੋਂ ਸ਼ੁਰੂ ਹੋ ਗਈ ਹੈ, ਜੋ ਕਿ 27 ਅਗਸਤ 2022 ਤੱਕ ਚੱਲੇਗੀ। ਉਮੀਦਵਾਰ 27 ਅਗਸਤ ਤੱਕ ਇਹਨਾਂ ਦੇ ਲਈ ਅਪਲਾਈ ਕਰ ਸਕਦੇ ਨੇ। ਅਪਲਾਈ ਕਰਨ ਦੇ ਲਈ ਤੁਸੀਂ ਅਧਿਕਾਰਤ ਵੈਬਸਾਈਟ SSC.gov.in ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਰਟਸ ਜਾਂ ਫਿਰ ਸਾਇੰਸ ਦੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਨੂੰ 10ਵੀਂ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪਾਸ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਹੀ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ ਹੱਦ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਅਗਲੀ ਖਬਰ ਹੈ ਦਵਿੰਦਰ ਬੰਬੀਹਾ ਗੈਂਗ ਦਾ ਖਤਰਨਾਕ ਗੈਂਗਸਟਰ ਗ੍ਰਿਫਤਾਰ, ਨੀਰਜ ਬਵਾਨਾ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ। ਤਾਂ ਦੋਸਤੋ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੰਬੀਹਾ ਗੈਂਗ ਦੇ ਗੈਂਗਸਟਰ ਹੈਪੀ ਭੁੱਲਰ ਨੂੰ ਗ੍ਰਿਫਤਾਰ ਕੀਤਾ। ਉਹ ਕਾਫੀ ਸਮੇਂ ਤੋਂ ਭਗੌੜਾ ਸੀ। ਗੈਂਗਸਟਰ ਹੈਪੀ ਭੁੱਲਰ ਦੀ ਗ੍ਰਿਫਤਾਰੀ ਬਾਰੇ ਦਵਿੰਦਰ ਬੰਬੀਹਾ ਗਰੁੱਪ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਗੈਂਗਸਟਰ ਨੇ ਹੈਪੀ ਭੁੱਲਰ ਦੇ ਇਨਕਾਊਂਟਰ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇਸ ਪੋਸਟ ਵਿੱਚ ਲਿਖਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੈਪੀ ਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ। ਇਸ ਦੇ ਬਾਵਜੂਦ ਕੋਈ ਖਬਰ ਨਹੀਂ ਆਈ ਪੁਲਿਸ ਕਿਤੇ ਉਸ ਦਾ ਐਨਕਾਊਂਟਰ ਨਾ ਕਰ ਦੇਵੇ। ਅਗਲੀ ਖਬਰ ਹੈ ਪੰਜਾਬ ਭਰ ਦੀਆਂ ਤਹਿਸੀਲਾਂ ਅੱਜ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ ਧਰਨਾ ਪ੍ਰਦਰਸ਼ਨ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪਿਛਲੇ ਕਈ ਮਹੀਨਿਆਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ। ਪੰਜਾਬ ਭਰ ਦੇ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ ਹੁਣ ਇਕਜੁੱਟ ਹੋਏ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਧਰਨਾ ਦੇਣ ਤੋਂ ਬਾਅਦ ਉਹਨਾਂ ਤੇ ਤਾਲਾਬੰਦੀ ਕਰਨ ਦੀ ਤਿਆਰੀ ਕਰ ਲਈ ਗਈ ਹੈ। ਅਗਲੀ ਖਬਰ ਹੈ ਵੱਡੇ ਵਿਵਾਦ ਦੇ ਵਿੱਚ ਘਿਰੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਡੇ ਵਿਵਾਦ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ। ਦਰਅਸਲ ਦੇ ਵਿੱਚ ਬੀਤੇ ਸਾਲ ਕਿਸਾਨ ਅੰਦੋਲਨ ਸਮੇਂ 26 ਜਨਵਰੀ ਨੂੰ ਕਿਸਾਨਾਂ ਨੇ ਵਿਰੋਧ ਪ੍ਰਗਟਾਉਣ ਦੇ ਲਈ ਟਰੈਕਟਰ ਮਾਰਚ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੁਝ ਸ਼ਰਾਰਤੀ ਅਨਸਰਾਂ ਨੇ ਮਾਹੌਲ ਖਰਾਬ ਕਰਨ ਦੇ ਲਈ ਲਾਲ ਕਿਲੇ ਤੇ ਧਾਵਾ ਬੋਲ ਦਿੱਤਾ ਸੀ। ਇਸ ਮੌਕੇ ਤੇ ਲਾਲ ਕਿਲੇ ਤੇ ਹੋਈ ਹਿੰਸਾ ਵਿੱਚ ਮੰਤਰੀ ਲਾਲਜੀਤ ਭੁੱਲਰ ਦੀ ਸ਼ਮੂਲੀਅਤ ਦੀ ਵੀਡੀਓ ਵੀ ਸਾਹਮਣੇ ਆਈ ਹੈ। ਭੁੱਲਰ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਰਹੇ ਦੀਪ ਸਿੱਧੂ ਵੱਲੋਂ ਲਾਲ ਕਿਲਾ ਹਿੰਸਾ ਸਮੇਂ ਬਣਾਈ ਗਈ ਵੀਡੀਓ ਵਿੱਚ ਲਾਲਜੀਤ ਭੁੱਲਰ ਨਜ਼ਰ ਆਏ ਹਨ। ਇਸ ਦਿਨ ਲਾਲ ਕਿਲੇ ਦੇ ਤਿਰੰਗੇ ਦੀ ਜਗ੍ਹਾ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੁਝ ਸ਼ਰਾਰਤੀਆਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਅਗਲੀ ਖਬਰ ਹੈ ਏਕਨਾਥ ਸਿੰਧੇ ਵਜ਼ਾਰਤ ਦੇ ਵਿੱਚ ਹੋਇਆ ਵਾਧਾ,
18 ਨਵੇਂ ਮੰਤਰੀ ਹੋਏ ਸ਼ਾਮਲ। ਤਾਂ ਦੋਸਤੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ 41 ਦਿਨਾਂ ਬਾਅਦ ਆਪਣੀ 2 ਮੈਂਬਰੀ ਵਜ਼ਾਰਤ ਵਿੱਚ ਵਾਧਾ ਕਰਦਿਆਂ 18 ਨਵੇਂ ਮੰਤਰੀ ਸ਼ਾਮਲ ਕੀਤੇ ਨੇ। ਸ਼ਿੰਦੇ ਨੇ ਸ਼ਿਵ ਸੈਨਾ ਦੇ ਬਾਗੀ ਧੜੇ ਅਤੇ ਭਾਜਪਾ ਦੇ ਵਿੱਚੋਂ 9 ਮੰਤਰੀ ਬਣਾਏ ਨੇ। ਮੰਤਰੀਆਂ ਦੀ ਸੂਚੀ ਵਿੱਚ ਇੱਕ ਮਹਿਲਾ ਵੀ ਸ਼ਾਮਲ ਕੀਤੀ ਗਈ ਹੈ, ਜਿਸ ਤੇ ਸਿਆਸੀ ਆਗੂਆਂ ਨੇ ਇਤਰਾਜ਼ ਦਾਇਰ ਕੀਤਾ ਸੀ। ਸੂਬੇ ਵਿੱਚ ਇੱਕ ਵਿਧਾਨਕ ਕੌਂਸਲ ਦੀ ਮੈਂਬਰ ਸਣੇ ਭਾਜਪਾ ਕੋਲ 12 ਮਹਿਲਾ ਵਿਧਾਇਕ ਨੇ। ਸ਼ਿੰਦੇ ਧੜੇ ਕੋਲ 2 ਮਹਿਲਾ ਵਿਧਾਇਕ ਹਨ ਅਤੇ ਇੱਕ ਮਹਿਲਾ ਆਜ਼ਾਦ ਸਮਰਥਨ ਪ੍ਰਾਪਤ ਹੋਇਆ ਹੈ। ਵਿਧਾਇਕ ਕੌਂਸਲ ਦੀਆਂ 3 ਮੈਂਬਰਾਂ ਦੇ ਸਣੇ ਮਹਾਰਾਸ਼ਟਰ ਦੇ ਵਿੱਚ 28 ਮਹਿਲਾ ਵਿਧਾਇਕਾਂ ਨੇ। ਅਗਲੀ ਖਬਰ ਹੈ, ਭਾਰਤ ਵਿੱਚ ਕਰੋਨਾ ਦੇ 12,751 ਨਵੇਂ ਮਾਮਲੇ ਅਤੇ 42 ਮੌਤਾਂ। ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਭਾਰਤ ਵਿੱਚ ਇੱਕ ਦਿਨ ਦੇ ਅੰਦਰ ਕਰੋਨਾ ਦੇ 12,751 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 4,41,74,650 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਕ 42 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 5,26,772 ਹੋ ਗਈ ਹੈ। ਅਗਲੀ ਖਬਰ ਹੈ, ਕੇਂਦਰ ਵੱਲੋਂ ਕਿਸਾਨਾਂ ਤੇ ਦਰਜ ਕੇਸ ਵਾਪਸ ਲੈਣ ਦੇ ਲਈ ਹਰੀ ਝੰਡੀ। ਤਾਂ ਦੋਸਤੋ ਕੇਂਦਰ ਸਰਕਾਰ ਨੇ ਕਿਸਾਨ ਘੋਲ ਦੇ ਦੌਰਾਨ ਰੇਲਵੇ ਪ੍ਰੋਟੈਕਸ਼ਨ ਫੋਰਸ ਵੱਲੋਂ ਕਿਸਾਨਾਂ ਤੇ ਦਰਜ ਕੇਸ ਵਾਪਸ ਲੈਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਗਲੀ ਖਬਰ ਹੈ, ਪੰਜਾਬ ਦੇ ਵਿੱਚ ਕਰ ਚੋਰੀ ਦੀਆਂ ਪਰਤਾਂ ਖੁੱਲ੍ਹਣ ਦੇ ਨਾਲ ਅਧਿਕਾਰੀਆਂ ਦੇ ਵਿੱਚ ਘਬਰਾਹਟ। ਤਾਂ ਦੋਸਤੋ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਸੂਬੇ ਵਿੱਚ ਟੈਕਸ ਚੋਰੀ ਦੇ ਮਾਮਲੇ ਵਿੱਚ ਨਵੀਆਂ ਪਰਤਾਂ ਖੋਲ੍ਹਣ ਦੇ ਕਾਰਨ IAS ਅਤੇ IPS ਅਫਸਰਾਂ ਦੇ ਵਿੱਚ ਘਬਰਾਹਟ ਦੇਖੀ ਜਾ ਰਹੀ ਹੈ। ਅਗਲੀ ਖਬਰ ਹੈ, ਪੰਜਾਬ ਖੇਡ ਮੇਲੇ ਦੇ ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਮੀਤ ਹੇਅਰ। ਤਾਂ ਦੋਸਤੋ ਖੇਡ ਮੰਤਰੀ ਮੀਤ ਹੇਅਰ ਨੇ ਐਲਾਨ ਕੀਤਾਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਜਲੰਧਰ ਤੋਂ 29 ਅਗਸਤ ਨੂੰ ਕੀਤੀ ਜਾਵੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਖੇਡ ਮੇਲੇ ਦਾ ਉਦਘਾਟਨ ਕਰਨਗੇ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੀਬ 2 ਮਹੀਨੇ ਚੱਲਣ ਵਾਲੇ ਇਸ ਖੇਡ ਮੇਲੇ ਦੇ ਜੇਤੂਆਂ ਨੂੰ ਕਰੀਬ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਅਗਲੀ ਖਬਰ ਹੈ, ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸਾਂ ਦੀ ਹੜਤਾਲ। ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਕੇ ਰਾਹਗੀਰਾਂ ਨੂੰ ਕਰਵਾਇਆ ਪਰੇਸ਼ਾਨੀ ਦਾ ਸਫ਼ਰ। ਤਾਂ ਦੋਸਤੋ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸਾਂ ਦੀ ਹੜਤਾਲ ਅੱਜ ਸਵੇਰੇ ਸ਼ੁਰੂ ਹੋ ਗਈ ਹੈ, ਜਿਸ ਤਹਿਤ ਅੱਜ ਸੂਬੇ ਦੇ ਕਿਸੇ ਵੀ ਰੂਟ ਉੱਤੇ ਕੋਈ ਵੀ ਪ੍ਰਾਈਵੇਟ ਬੱਸ ਅਤੇ ਮਿੰਨੀ ਬੱਸ ਨਹੀਂ ਚੱਲੇਗੀ। ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਹਿਣਾ ਕਿ ਹੜਤਾਲ ਕਿਸੇ ਸ਼ੌਂਕ ਨੂੰ ਨਹੀਂ ਕੀਤੀ, ਸਗੋਂ ਆਪਣੇ ਹਿੱਤ ਹਾਸਲ ਕਰਨ ਦੇ ਲਈ ਮਜਬੂਰੀ ਬੱਸ ਕਰਨੀ ਪਈ ਹੈ। ਉਹਨਾਂ ਦਾ ਕਹਿਣਾ ਕਿ ਮਹਿੰਗਾ ਡੀਜ਼ਲ, ਮਹਿੰਗੇ ਪਾਰਟਸ, ਚਾਸੀਆਂ, ਬਾਡੀਆਂ, ਬੀਮਾ, ਟੈਕਸ, ਮੁਫਤ ਸਫ਼ਰ, ਸਰਕਾਰੀ ਅਤੇ ਸਿਆਸੀ ਵਗਾਰਾਂ, ਅਧਿਕਾਰੀ ਕਰਮਚਾਰੀਆਂ ਦੀ ਸੇਵਾ ਦੇ ਨਾਲ-ਨਾਲ ਹਰ ਰੋਜ਼ ਥਾਂ-ਥਾਂ ਸੜਕੀ ਆਵਾਜਾਈ ਰੋਕਣ ਤੇ ਉਹਨਾਂ ਨੂੰ ਕੰਗਾਲ ਕਰ ਦਿੱਤਾ ਹੈ। ਅਗਲੀ ਖਬਰ ਹੈ, ਤਾਈਵਾਨ ਕਿਸੇ ਵੀ ਸੰਭਾਵੀ ਹਮਲੇ ਦੇ ਟਾਕਰੇ ਲਈ ਹੈ ਤਿਆਰ। ਤਾਂ ਦੋਸਤੋ ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੈਫ ਵੂ ਨੇ ਕਿਹਾ ਕਿ ਚੀਨੀ ਫੌਜ ਮਸਕਾ ਰਾਹੀਂ ਇਸ ਟਾਪੂਨੁਮਾ ਮੁਲਕ ਦੀ ਜਮਹੂਰੀਅਤ ਤੇ ਚੜ੍ਹਾਈ ਕਰਨ ਦਾ ਅਭਿਆਸ ਕਰ ਰਿਹਾ ਹੈ। ਵੂ ਨੇ ਕਿਹਾ ਕਿ ਤਾਈਵਾਨ ਕਿਸੇ ਵੀ ਸੰਭਾਵੀ ਹਮਲੇ ਦੇ ਟਾਕਰੇ ਦੇ ਲਈ ਪੂਰੀ ਤਰ੍ਹਾਂ ਤਿਆਰ ਹੈਗਾ। ਅਗਲੀ ਖਬਰ ਹੈ, ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਦੇ ਵਿੱਚ ਜੱਜ ਨਿਯੁਕਤ। ਤਾਂ ਦੋਸਤੋ ਅਮਰੀਕੀ ਸੈਨੇਟ ਨੇ US ਕੋਰਟ ਆਫ ਅਪੀਲਜ਼ ਵਿੱਚ 9ਵੇਂ ਸਰਕਟ ਦੇ ਲਈ ਭਾਰਤੀ ਅਮਰੀਕੀ ਵਕੀਲ ਰੁਪਾਲੀ H ਦੇ ਸਾਈਨ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਇਸ ਅਦਾਲਤ ਦੇ ਵਿੱਚ ਉਹ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਅਗਲੀ ਖਬਰ ਹੈ, ਏਅਰਟੈਲ ਇਸ ਮਹੀਨੇ ਤੋਂ ਸ਼ੁਰੂ ਕਰੇਗਾ 5G ਸੇਵਾਵਾਂ। 2024 ਤੱਕ ਸਾਰੇ ਦੇਸ਼ ਨੂੰ ਕਵਰ ਕਰਨ ਦਾ ਟੀਚਾ। ਤਾਂ ਦੋਸਤੋ ਭਾਰਤੀ ਏਅਰਟੈਲ ਇਸ ਮਹੀਨੇ 5G ਸੇਵਾਵਾਂ ਸ਼ੁਰੂ ਕਰੇਗਾ। ਮਾਰਚ 2024 ਤੱਕ ਦੇਸ਼ ਦੇ ਸਾਰੇ ਕਸਬਿਆਂ ਤੇ ਪ੍ਰਮੁੱਖ ਪੇਂਡੂ ਖੇਤਰਾਂ ਨੂੰ ਕਵਰ ਕਰ ਲਿਆ ਜਾਵੇਗਾ। ਅਗਲੀ ਖਬਰ ਹੈ, ਚਾਲੂ ਵਿੱਤੀ ਸਾਲ ਦੇ ਵਿੱਚ 1,62 ਕਰੋੜ ਰੁਪਏ ਦੀਆਂ ਬੁਨਿਆਦੀ ਢਾਂਚਾ ਸੰਪੱਤੀਆਂ ਵੇਚੇਗੀ ਸਰਕਾਰ। ਤਾਂ ਦੋਸਤੋ ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਦੱਸਿਆ ਕਿ ਸਰਕਾਰ ਚਾਲੂ ਵਿੱਤੀ ਸਾਲ ਦੇ ਵਿੱਚ 1.62 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੀ ਜਾਇਦਾਦ ਵੇਚ ਸਕਦੀ ਹੈ। ਸਰਕਾਰ ਨੇ ਪਿਛਲੇ ਸਾਲ 6 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦਾ ਐਲਾਨ ਕੀਤਾ ਸੀ। ਮੁਦਰੀਕਰਨ ਦਾ ਮਤਲਬ ਹੈ ਕਿ ਸਰਕਾਰੀ ਸੰਪੱਤੀਆਂ ਦੀ ਵਰਤੋਂ ਤੋਂ ਪੈਸਾ ਕਮਾਉਣਾ। ਨਿੱਜੀ ਖੇਤਰ ਵੀ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੈਗਾ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦਾ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਸਰਕਾਰੀ ਸੰਪੱਤੀਆਂ ਦੇ ਅਸਲ ਮੁੱਲ ਨੂੰ ਸਾਹਮਣੇ ਲਿਆਉਣਾ। ਇਹਨਾਂ ਦੇ ਵਿੱਚ ਬਿਜਲੀ, ਸੜਕਾਂ ਅਤੇ ਰੇਲਵੇ ਸਮੇਤ ਕਈ ਸੈਕਟਰ ਸ਼ਾਮਲ ਨੇ।
ਅਗਲੀ ਖਬਰ ਹੈ, ਚੀਨੀ ਜਹਾਜ਼ ਤਾਈਵਾਨ ਦੇ ਹਵਾਈ ਖੇਤਰ ਵਿੱਚ ਹੋਏ ਦਾਖਲ, ਜਾਣੋ ਕੀ ਹੈ ਡਰੈਗਨ ਦੀ ਚਾਲ। ਤਾਂ ਦੋਸਤੋ, ਤਾਈਵਾਨ ਦੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਚੀਨੀ ਲੜਾਈ ਅਤੇ ਜੰਗੀ ਬੇੜੇ ਤਾਈਵਾਨ ਸਟ੍ਰੇਟ ਦੀ ਮੱਧ ਰੇਖਾ ਨੂੰ ਪਾਰ ਕਰ ਗਏ ਨੇ। ਰੱਖਿਆ ਮੰਤਰਾਲੇ ਨੇ ਇਸ ਨੂੰ ਬਹੁਤ ਜ਼ਿਆਦਾ ਭੜਕਾਊ ਕਾਰਵਾਈ ਕਰਾਰ ਦਿੱਤੀ ਹੈ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ ਚੀਨ ਨੇ ਤਾਈਵਾਨ ਦੀ ਖਾੜੀ ਵਿੱਚ ਇੱਕ ਵੱਡਾ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਗਲੀ ਖਬਰ ਹੈ, ਰਿਜ਼ਰਵ ਬੈਂਕ ਆਫ ਇੰਡੀਆ ਨੇ 8 ਸਹਿਕਾਰੀ ਬੈਂਕਾਂ ਤੇ 40 ਲੱਖ ਰੁਪਏ ਦਾ ਲਗਾਇਆ ਜੁਰਮਾਨਾ, ਇੱਕ NBFC ਤੇ 2 ਕਰੋੜ 33 ਲੱਖ ਰੁਪਏ ਦਾ ਜੁਰਮਾਨਾ। ਤਾਂ ਦੋਸਤੋ, ਰਿਜ਼ਰਵ ਬੈਂਕ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਲਈ 2 ਸਹਿਕਾਰੀ ਬੈਂਕਾਂ ਅਤੇ ਇੱਕ ਗੈਰ ਬੈਂਕਿੰਗ ਵਿੱਤੀ ਕੰਪਨੀ ਤੇ ਜੁਰਮਾਨਾ ਲਗਾਇਆਗਾ। RBI ਨੇ ਕਿਹਾ ਕਿ ਸਹਿਕਾਰੀ ਬੈਂਕਾਂ ਤੇ 1 ਤੋਂ ਲੈ ਕੇ 40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਅਗਲੀ ਖਬਰ ਹੈ, ਰੱਖੜੀ ਤੇ ਭੈਣਾਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫਾ, ਰੋਡਵੇਜ਼ ਬੱਸ ਦਾ ਸਫ਼ਰ ਕੀਤਾ ਫ੍ਰੀ, ਬੱਚਿਆਂ ਦੀ ਵੀ ਨਹੀਂ ਲੱਗੇਗੀ ਟਿਕਟ। ਤਾਂ ਦੋਸਤੋ, ਹਰਿਆਣਾ ਸਰਕਾਰ ਨੇ ਰੱਖੜੀ ਦੇ ਕਰਕੇ ਔਰਤਾਂ ਨੂੰ ਰੋਡਵੇਜ਼ ਦੀਆਂ ਬੱਸਾਂ ਮੁਫਤ ਬੱਸ ਸਫ਼ਰ ਦਾ ਤੋਹਫਾ ਦਿੱਤਾ ਗਾ। ਇਸ ਦੀ ਘੋਸ਼ਣਾ ਦੇ ਤਹਿਤ ਹਰਿਆਣਾ ਦੇ ਵਿੱਚ ਅੰਦਰ ਯਾਤਰਾ ਕਰਨ ਦੇ ਲਈ ਚੰਡੀਗੜ੍ਹ ਦਿੱਲੀ ਜਾਣ ਵਾਲੀਆਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਉਪਲਬਧ ਹੋਵੇਗਾ। ਸਰਕਾਰ ਵੱਲੋਂ ਮੁਫਤ ਯਾਤਰਾ ਸੰਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ। ਰੋਡਵੇਜ਼ ਬੱਸਾਂ ਦੇ ਵਿੱਚ ਭੈਣਾਂ ਨੂੰ 10 ਅਗਸਤ ਦੁਪਹਿਰ ਦੇ 12 ਵਜੇ ਤੋਂ 11 ਅਗਸਤ ਦੁਪਹਿਰ ਦੇ 12 ਵਜੇ ਤੱਕ ਮੁਫਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਮੁਫਤ ਯਾਤਰਾ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਦੇ ਲਈ ਵੀ ਯੋਗ ਹੋਵੇਗੀ। ਇਸ ਦੇ ਨਾਲ ਹੀ ਔਰਤ ਆਪਣੇ ਭਰਾ ਜਾਂ ਫਿਰ ਬੱਚਿਆਂ ਦੇ ਨਾਲ ਰੋਡਵੇਜ਼ ਦੇ ਵਿੱਚ ਸਫ਼ਰ ਕਰ ਸਕਦੀਆਂ ਨੇ ਤੇ ਬੱਚੇ ਦੀ ਉਮਰ 15 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਤੇ ਦੋਸਤੋ, ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ। ਜੇ ਤੁਹਾਨੂੰ ਸਾਡਾ ਇਹ ਵੀਡੀਓ ਉੱਤੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਬਹੁਤ